अव्वल अल्लाह नूर पाया, कुदरत के सब बंदे। एक नूर ते सब जग उपजया, कौन भले कौ मंदे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਸਿਫਤ ਸਲਾਹ ਦੇ ਪ੍ਰੋਗਰਾਮ ਏਕ ਓਂਕਾਰ ਵਿੱਚ ਆਪ ਜੀ ਦਾ ਸਵਾਗਤ ਹੈ। ਸਤ ਸੰਗਤ ਜੀ, ਅੱਜ ਦੇ ਧਰਮ ਵਿਚਾਰ ਦਾ ਵਿਸ਼ਾ ਹੈ ਸੱਚ ਅਤੇ ਸੱਚਾ ਤੀਰਥ। ਸੱਚ ਕੀ ਹੈ? ਤੀਰਥ ਕੀ ਹੈ? ਗੁਰਮਤਿ ਮੁਤਾਬਕ ਸੱਚਾ ਤੀਰਥ ਕੀ ਹੈ? ਤੀਰਥ ਤੇ ਜਾਣ ਨੂੰ ਅਸੀਂ ਕੀ ਕਹਿੰਦੇ ਹਾਂ? ਤੀਰਥ ਤੇ ਜਾਣ ਦੇ ਨਾਲ ਸਾਨੂੰ ਕਿਸ ਤਰ੍ਹਾਂ ਦੀ ਪ੍ਰਾਪਤੀ ਹੁੰਦੀ ਹੈ? ਜੇ ਪ੍ਰਾਪਤੀ ਹੁੰਦੀ ਹੈ ਤਾਂ ਮੁਬਾਰਕ ਹੈ, ਜੇ ਨਹੀਂ ਹੁੰਦੀ ਤਾਂ ਫਿਰ ਅਸੀਂ ਸੋਚਣਾ ਹੈ ਕਿ ਸਾਨੂੰ ਉੱਥੇ ਜਾਣ ਦਾ ਕੀ ਫਾਇਦਾ, ਅਸੀਂ ਕੀ ਲਾਹਾ ਖੱਟਿਆ। ਬਹੁਤ ਸਾਰੇ ਪ੍ਰਸ਼ਨ ਨੇ ਧਰਮ ਵਿਚਾਰ ਵਿੱਚ ਜ਼ਰੂਰ ਵਿਚਾਰ ਕਰਾਂਗੇ ਜੀ। ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਬਲਬੀਰ ਸਿੰਘ ਬਸੀਨ ਜੀ, ਜੋ ਕਿ ਸਾਬਕਾ ਪ੍ਰਿੰਸੀਪਲ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਪਟਨਾ ਸਾਹਿਬ ਤੋਂ। ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਧ ਸੰਗਤ ਜੀ, ਹੁਣ ਸ਼ੁਰੂ ਕਰਦੇ ਹਾਂ ਧਰਮ ਵਿਚਾਰ। ਸੱਚ ਅਤੇ ਸੱਚਾ ਤੀਰਥ, ਅੱਜ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਧਰਮ ਵਿਚਾਰ ਵਿੱਚ। ਬਲਬੀਰ ਸਿੰਘ ਜੀ, ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਸੱਚ ਕੀ ਹੁੰਦਾ ਹੈ? ਸੱਚ ਸ਼ਬਦ ਇਹਨੂੰ ਅਸੀਂ ਸਤਿਗੁਰੂ ਵੀ ਕਹਿ ਸਕਦੇ ਹਾਂ, ਨਾਮ ਵੀ ਕਹਿ ਸਕਦੇ ਹਾਂ। ਬਾਣੀ ਦੇ ਵਿੱਚ ਜਿੱਥੇ ਵੀ ਸਤ ਦਾ ਵਿਵਹਾਰ ਕੀਤਾ ਗਿਆ ਹੈ, ਸਤ ਔਰ ਸੱਚ ਦੋਨੋਂ ਇੱਕੋ ਹੀ ਹੈ। ਹਿੰਦੀ ਦੇ ਵਿੱਚ ਸੱਤੇ ਕਹਿ ਦਿੰਦੇ ਹਾਂ ਅਸੀਂ, ਪੰਜਾਬੀ ਸੱਚ ਕਹਿੰਦੇ ਹਾਂ। ਹਰ ਮਜ਼ਹਬ ਨੇ ਸੱਚ ਦੀ ਵਿਆਖਿਆ ਕੀਤੀ ਹੈ। ਈਸਾਈਅਤ ਦੇ ਵਿੱਚ ਕਿਹਾ ਗਿਆ ਓਨੈਸਟੀ ਇਜ਼ ਦਾ ਬੈਸਟ ਪੋਲਿਸੀ ਜੀ। ਸੱਚ ਸਭ ਤੋਂ ਉੱਚਾ ਹੈ, ਲੇਕਿਨ ਪੋਲਿਸੀ ਬਣਾ ਕੇ ਉਹਨੂੰ ਫਾਈਲ ਵਿੱਚ ਬੰਦ ਕਰ ਦਿੱਤਾ। ਫਿਰ ਇਸੇ ਤਰ੍ਹਾਂ ਕਿ ਮਹਾਵੀਰ ਨੇ, ਮਹਾਤਮਾ ਬੁੱਧ ਨੇ, ਹਰ ਇੱਕ ਨੇ ਸੱਚ ਦੇ ਬਾਰੇ ਕਿਹਾ ਹੈ ਕਿ ਸੱਚ ਸਾਨੂੰ ਬੋਲਣਾ ਚਾਹੀਦਾ ਹੈ। ਲੇਕਿਨ ਜੋ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਹੈ, ਉਹਨਾਂ ਨੇ ਪਹਿਲੇ ਤਾਂ ਇਹੀ ਕਿਹਾ, ਜੋ ਸਾਰਿਆਂ ਨੇ ਕਿਹਾ ਕਿ ਸੱਚ ਸਭ ਤੋਂ ਉੱਚਾ ਹੈ, ਸੱਚ ਬੋਲਣਾ ਚਾਹੀਦਾ ਹੈ। ਲੇਕਿਨ ਉਹਨਾਂ ਨੇ ਕਿਹਾ ਕਿ ਸੱਚੋ ਉਰੇ ਸਭ ਕੋ, ਸਭ ਸੱਚ ਤੋਂ ਸੱਚ ਜਿਹੜਾ ਸਭ ਤੋਂ ਉੱਚਾ ਹੈ। ਉੱਪਰ ਸੱਚ ਆਚਾਰ, ਟਰੁਥ ਇਜ਼ ਹਾਈ ਬਟ ਹਾਇਰ ਸਟਿਲ ਇਜ਼ ਟਰੁਥਫੁਲ ਲਿਵਿੰਗ। ਜੇ ਅਸੀਂ ਆਪਣੇ ਆਚਰਣ ਦੇ ਵਿੱਚ ਸੱਚ ਨਹੀਂ ਢਾਲਿਆ, ਆਪਣੇ ਵਿਵਹਾਰ ਦੇ ਵਿੱਚ, ਆਪਣੀ ਸੋਚ ਦੇ ਵਿੱਚ, ਆਪਣੀ ਮਨਸ਼ਾ ਦੇ ਵਿੱਚ ਅਸੀਂ ਅਗਰ ਸੱਚ ਨੂੰ ਅਸਥਾਨ ਨਹੀਂ ਦਿੱਤਾ, ਤੇ ਉਹ ਮੂੰਹ ਕਹਿਣਾ ਜੀ ਸੱਚ ਬੋਲੋ, ਸੱਚ ਕਰੋ, ਫਿਰ ਪਰ ਉਪਦੇਸ਼ ਯਤਨ ਬਹੁਤ ਤੇਰੇ, ਫਿਰ ਉਹ ਤੋਂ ਕੋਈ ਫਾਇਦਾ ਨਹੀਂ ਹੁੰਦਾ, ਉਹ ਖਾਲੀ ਉਪਦੇਸ਼ ਬਣ ਕੇ ਰਹਿ ਜਾਂਦਾ ਹੈ। ਤਾਂ ਗੁਰੂ ਨਾਨਕ ਦੇਵ ਜੀ ਨੇ ਜੋ ਸੱਚ ਦੀ ਵਿਆਖਿਆ ਕੀਤੀ ਹੈ ਕਿ ਸੱਚ ਸਭ ਤੋਂ ਉੱਚਾ ਹੈ, ਪਰ ਉਹ ਉਦੋਂ ਉੱਚਾ ਉਸ ਤੋਂ ਵੀ ਹੈ ਜਦ ਸਾਡੇ ਆਚਰਣ ਵਿੱਚ ਸੱਚ ਹੋਏ, ਅਸੀਂ ਸੱਚੇ ਹੋਈਏ, ਤਦ ਅਸੀਂ ਸੱਚ ਦੀ ਗੱਲ ਕਰੀਏ। ਜੀ ਬਿਲਕੁਲ, ਸੱਚ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਸੱਚ ਸੱਚ ਹੀ ਹੁੰਦਾ ਹੈ, ਜਿੰਨਾ ਮਰਜ਼ੀ ਅਸੀਂ ਝੂਠ ਬੋਲੀਏ, ਪਰ ਇੱਕ ਦਿਨ ਅਜਿਹਾ ਹੁੰਦਾ ਕਿ ਸੱਚ ਸਭ ਦੇ ਸਾਹਮਣੇ ਆਉਂਦਾ, ਕਿਉਂਕਿ ਸੱਚ ਜੋ ਹੁੰਦਾ ਹੈ ਉਹ ਆਪਣੇ ਆਪ ਵਿੱਚ ਹੈ ਹੀ ਮਹਾਨ। ਸੱਚ ਤੇ ਹੀ ਦੁਨੀਆ ਇੱਕ ਟਿੱਕੀ ਹੋਈ ਹੈ। ਪਰਮਾਤਮਾ ਨੇ ਵੀ ਸਾਨੂੰ ਸੱਚ ਦੇ ਨਾਲ ਜੁੜਿਆ ਹੋਇਆ ਹੈ, ਉਸ ਇੱਕ ਅਕਾਲ ਪੁਰਖ ਦੇ ਨਾਲ ਜੁੜਿਆ ਹੋਇਆ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਸੱਚੇ ਤੀਰਥ ਦੀ, ਤੇ ਗੁਰਮਤਿ ਦੇ ਮੁਤਾਬਕ ਸੱਚਾ ਤੀਰਥ ਕੀ ਹੈ? ਤੀਰਥ ਬੜੇ ਹਨ ਜੀ। 68 ਤੀਰਥ, ਮਤਲਬ 68 ਤੀਰਥ ਐਸੇ ਹਨ ਜਿਹੜੇ ਪ੍ਰਮਾਣਿਤ ਤੀਰਥ ਹਨ। ਹਰਿਦੁਆਰ ਹੈ, ਪ੍ਰਯਾਗਰਾਜ ਹੈ, ਜੋ ਹੋਰ ਬੜੇ ਤੀਰਥ ਹਨ ਜਿੱਥੇ ਲੋਕ ਜਾਂਦੇ ਹਨ, ਪੁੰਨ ਦਾਨ ਕਰਦੇ ਹਨ। ਇਹਦਾ ਵਰਣਨ ਬਹੁਤ ਜਗ੍ਹਾ 'ਤੇ ਆਇਆ ਹੈ ਕਿ ਕਿਸ ਤਰ੍ਹਾਂ ਅਸੀਂ ਤੀਰਥ ਇਸ਼ਨਾਨ ਕਰਕੇ ਪੁੰਨ ਦਾਨ ਵਗੈਰਾ ਕਰਦੇ ਹਨ। ਪਰ ਸੱਚਾ ਤੀਰਥ ਉਹ ਨਹੀਂ ਹੈ ਜਿੱਥੇ ਅਸੀਂ ਬਾਹਰ ਜਾਂਦੇ ਹਾਂ। ਉਹ ਇੱਕ ਕਿਸਮ ਦਾ ਕਰਮ ਕਾਂਡ ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਜੇ ਉੱਥੇ ਇਸ਼ਨਾਨ ਕਰੋਗੇ ਤਾਂ ਪਾਪ ਧੁੱਲ ਜਾਣਗੇ, ਜੇ ਉੱਥੇ ਦਾਨ ਕਰੋਗੇ ਤਾਂ ਤੁਹਾਨੂੰ ਅਗਲੇ ਲੋਕ ਵਿੱਚ ਉਹ ਦਾਨ ਜਿਹੜਾ ਤੁਹਾਡੇ ਕੰਮ ਆਏਗਾ। ਗੁਰਬਾਣੀ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ। ਉਹ ਕਹਿੰਦੀ ਹੈ ਕਿ ਸੱਚਾ ਤੀਰਥ ਸਾਡੇ ਹਿਰਦੇ ਦੇ ਅੰਦਰ ਹੈ। ਜੇ ਹਿਰਦੇ ਹੀ ਸਾਡਾ ਸੱਚਾ ਨਹੀਂ ਹੈ, ਅੰਦਰ ਤੀਰਥ ਨਹੀਂ ਹੈ, ਪਰ ਅੰਦਰ ਤੀਰਥ ਬਣੇਗਾ ਕਿਸ ਤਰ੍ਹਾਂ? ਇਹਦਾ ਵੀ ਜਵਾਬ ਗੁਰਬਾਣੀ ਦਿੰਦੀ ਹੈ। ਉਹ ਕਹਿੰਦੇ ਨੇ ਅੰਦਰ ਸਾਡਾ ਹਿਰਦੇ ਜਿਹੜਾ ਹੈ, ਅਸੀਂ ਕਹਿੰਦੇ ਹਾਂ ਈਸ਼ਵਰ ਦਾ ਨਿਵਾਸ ਉੱਥੇ ਹੋਏ, ਉਹਨੂੰ ਤੀਰਥ ਬਣਾਈਏ, ਸੱਚਾ ਤੀਰਥ ਬਣਾਈਏ। ਪਰ ਉੱਥੇ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਰੇ ਭਰੇ ਬੈਠੇ ਹਨ, ਜਗ੍ਹਾ ਹੀ ਨਹੀਂ ਹੈ। ਤੇ ਫਿਰ ਗੁਰਬਾਣੀ ਕਹਿੰਦੀ ਹੈ ਕਿ ਅੰਤਰਗਤ, ਆਪਣੇ ਅੰਦਰ, ਆਪਣੇ ਹਿਰਦੇ ਨੂੰ ਤੀਰਥ ਬਣਾਓ। ਕਿਸ ਤਰ੍ਹਾਂ? ਮਲ ਨਾਓ,
जितनी मल है उस जितने मैल है जितने ऐब हैं जितने भी ये चीज़ां हैं ये सारिया चीज़ों को कढ़ दिओ तो वो फिर जो तीरथ बनेगा ना उत्थे परमात्मा निवास करेगा। साडा हिरदे ही सब तो वड्डा सब तो उच्चा तीरथ है जिहड़ा कि सच्चा तीरथ है। जे ਉਹਦੇ अंदर मल ना होए जे ਉਹਦੇ अंदर ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਨਾ ਜਗ੍ਹਾ ਨਾ ਦਈਏ ਕਿ ਸਭ ਤੋਂ ਵੱਡਾ ਵੈਰੀ ਜੋ ਸੱਚ ਦਾ ਜਾਂ ਸੱਚੇ ਤੀਰਥ ਦਾ ਉਹ ਹਉਮੈ ਹੈ। ਜੀ ਜਦ ਹਉਮੈ ਆ ਜਾਂਦੀ ਹੈ ਨਾ ਹੰਕਾਰ ਆ ਜਾਂਦਾ ਹੈ ਮੈਂ ਇਹ ਕਰ ਲਿਆ ਜੀ ਮੈਂ ਉਹ ਕਰਾਂਗਾ ਮੈਂ ਜਿਹੜੀ ਹੈ ਨਾ ਇਹ ਫਿਰ ਸੱਚ ਨੂੰ ਮਾਰ ਦਿੰਦੀ ਹੈ ਫਿਰ ਝੂਠ ਨੂੰ ਜਨਮ ਦਿੰਦੀ ਹੈ। ਝੂਠ ਟਿਕਾਊ ਨਹੀਂ ਹੁੰਦਾ ਝੂਠ ਦੇ ਕੋਈ ਪੈਰ ਨਹੀਂ ਹੁੰਦੇ ਝੂਠ ਦਾ ਕੋਈ ਟਿਕਾਣਾ नहीं ਹੁੰਦਾ। ਜੇ ਮੰਨ ਲਓ ਕਿਧਰੇ ਕੋਈ ਗਵਾਹੀ ਦੇ ਰਿਹਾ ਹੈ और झूठी गवाही दे रहा है अगर 10 वारी 10 वकील या एक वकील 10 वारी उन्होंने पूछेगा तो हर वारी उसका जवाब वखरा होएगा क्योंकि झूठ है ना। लेकिन सच बोलने वाला जड़ा है वो जो आज सच बोलेगा कल भी बोलेगा एक दे सामने भी दूसरे दे सामने भी। 12वें श्लोक दियाँ अंतिम पंक्तियाँ सुखमनी साहब दियाँ सत 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 प्रभ कीना 3 वारी सत शब्द आया है फिर सच 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 वो सच भी आया है। सत दे आम तौर पे सच ही असी अर्थ लैने एक सत का अर्थ होर भी होंदा है। असी कहने ना एक ओंकार सत नाम हुण इत्थे सत का अर्थ सच भी है और सत का मतलब एसेंस ऑफ गॉड। एक ओंकार का जिहड़ा एसेंस है जो उसका निचोड़ है उन्होंने भी सत किया जाता है। तो सच सब तो उपर है सच्चा तीरथ साढ़े हिरदे दे विच है। असी तीरथ यात्रा करन जाते हैं वो तीरथ जड़े हैं वो ठीक है उन्हों का अपना महत्व है मैं किसी की निंदा नहीं करता। लेकिन जे सचमुच तीरथ यात्रा करनी है तो अपने मन की यात्रा करो अपने अंदर की यात्रा करो फिर तुहानूं पता चलेगा कि मेरे अंदर किहड़े किहड़े ऐब हैं जी। कबीर ने क्यों कहा सी साड़ी कोई निंदा करे सानूं बड़ा गुस्सा चढ़ जाता ना तो कबीर ने कहा निंदक नेड़े राखिए आंगन कुटी छुआए वेड़े दे विच कुटिया बना के तो निंदक नूं उत्थे रखो। क्यों वो मेरी निंदा करेगा मेरे अंदर ये ऐब है बिन साबन बिन पानी है निर्मल होवत काय ना साबन लगाना पेगा ना मैं नहाना पेगा मेरी काया निर्मल हो जाएगी। इस करके वो जब काया निर्मल हो गई तो सच्चा तीरथ बन जाता है। यही गुरबाणी सानू शिक्षा देती है। बिल्कुल सच्चा तीरथ असल में साढ़े अंदर ही है। ਜਦੋਂ तक ਅਸੀਂ ਇਸ ਤੇ ਵਿਚਾਰ ਨਹੀਂ ਕਰਾਂਗੇ ਉਦੋਂ ਤੱਕ ਅਸੀਂ ਸੱਚੇ ਤੀਰਥ ਵੱਲ ਜਾ ਨਹੀਂ ਸਕਾਂਗੇ। ਸੱਚਾ ਤੀਰਥ ਆਪਣੇ ਘਰ ਹੀ ਹੈ ਸਾਡੇ ਅੰਦਰ ਹੀ ਹੈ। ਇਹ ਵਿਚਾਰ ਸੁਣ ਕੇ ਉਹਨਾਂ ਲੋਕਾਂ ਨੂੰ ਜ਼ਰੂਰ ਰਾਹਤ ਮਹਿਸੂਸ ਹੋ ਰਹੀ ਹੋਗੀ ਜਿਨ੍ਹਾਂ ਨੂੰ ਇਹ ਸੋਚ ਕੇ ਨਿਰਾਸ਼ਾ ਹੁੰਦੀ ਹੋਏਗੀ ਕਿ ਅਸੀਂ ਕਿਸੇ ਕਾਰਨਵਸ਼ ਕਿਸੇ ਜਗ੍ਹਾ ਤੇ ਨਹੀਂ ਜਾ ਸਕੇ ਕਿਸੇ ਧਾਰਮਿਕ ਸਥਾਨ ਤੇ ਨਹੀਂ ਜਾ ਸਕੇ ਜਾਂ ਫਿਰ ਕਿਸੇ ਹੋਰ ਤੀਰਥ ਤੇ ਨਹੀਂ ਜਾ ਸਕੇ ਕਿਉਂਕਿ ਇਹ ਸਾਡਾ ਜੋ ਸਮਾਜ ਹੈ ਇੱਕ ਭਾਰਤੀ ਸਮਾਜ ਹੈ ਇੱਥੇ ਜੋ परमात्मा के प्रति जो एक सोच है जो एक शरदा है असीम शरदा है ये बड़ी डूंगी है। तो इस शरदा के अधीन आके कई लोग बीमारी बस या फिर किसी होर कारण दे बस किसी स्थान पर नहीं जा सकते जो पूजन योग है या फिर कोई इतिहासक स्थान है उत्थे अगर जा नहीं सकते तो फिर उन्होंने घर बैठे बैठे निराशा होता कि मैं जा नहीं सके पता नहीं की हो गया तीरथ जो हैगा असी अपनी उम्र में उत्थे नहीं जा सके। तो ये सुन के उन्होंने जरूर राहत महसूस हो रही होगी। देखो जी इस तरह है कि एक मनोविज्ञानिक सोच है जी। मनोविज्ञानिक सोच उसनूं कहते हैं जिहड़ी साइंटिफिकली भी ठीक होए तो मन नूं ही पाए मन विज्ञान के मुताबिक। मैं नहीं गया उत्थे मैं हरिद्वार जाके इशनान नहीं किया जे हरिद्वार जाके पाप धुल जान तो फिर दुनिया 'च पाप भी खत्म हो जाएंगे पापी कोई कहलाएगा ही नहीं सारे महात्मा ही कहलाएंगे। मैं एक छोटा जिहा उदाहरण दे रहा मैं प्रैक्टिकल गल करना। मैं अपने कॉलेज के मुंडे कुड़ियां नूं टूर के उपर लैके गया एजुकेशनल टूर ते असी हरिद्वार गए नहा के आए बड़ा ठंडा पानी सी होटल पूछया कहंदा जी नाश्ता करा देंगे। मैं बाहर टहल रहा सी मुंडे कुड़ियां अंदर बैठे तो हर एक ने ना इस तरह हथ रखा टेबल पे। मैं क्या भाई ये कौन तरीका है बैठने का सर इसे ठंड कम लगती है। असल के सी कि पिछे उबले आलू पे सी वो एक चुकते सी तो अपना खाई जाते सन। तो मैं क्या शर्म नहीं आती है अभी नहा के आए हो अब फिर वही काम कर रहे हो
कहता सर भूख से मरने से अच्छा दोबारा ना आ लेंगे। ਹੂੰ एक भावना है कि ਅਸੀਂ ਉੱਥੇ ਜਾਂਦੇ ਹਾਂ ਤੇ ਪਾਪ ਧੁੱਲ ਜਾਂਦੇ ਹਨ। ਪਾਪ ਜੇ ਸਾਡੇ ਉੱਥੋਂ ਨਿਕਲ ਕੇ ਮਾਫ ਕਰਨਾ ਅਸੀਂ ਬੜੇ ਗਮਗੀਨ ਹੋ ਜਾਂਦੇ ਹਾਂ, ਬੜੀ ਸੋਚਾਂ 'ਚ ਪੈ ਜਾਂਦੇ ਹਾਂ, ਅੱਛੀਆਂ ਗੱਲਾਂ ਕਰਦੇ ਹਾਂ, ਜਦ ਸ਼ਮਸ਼ਾਨ ਘਾਟ ਜਾਂਦੇ ਹਾਂ। ਉੱਥੇ ਜਾ ਕੇ ਵੀ ਨਾ ਜਿਹੜਾ ਝੂਠ ਬੋਲਣ ਵਾਲਾ ਹੈ, ਜਿਹੜਾ ਨਿੰਦਾ ਕਰਨ ਵਾਲਾ ਹੈ, ਉਹ ਉਧਰ ਧਿਆਨ ਨਹੀਂ ਦਿੰਦਾ, ਉਹ ਉਹਨਾਂ ਚੀਜ਼ਾਂ 'ਚ ਲੱਗਿਆ ਰਹਿੰਦਾ ਹੈ। ਇਸ ਕਰਕੇ ਇਹ ਸੋਚਣਾ ਕਿ ਮੈਂ ਨਹੀਂ ਗਿਆ ਤਾਂ ਮੈਨੂੰ ਪਾਪ ਲੱਗੇਗਾ, ਇਹ ਸੋਚ ਕੱਢਣੀ ਜਿਹੜੀ ਹੈ ਨਾ, ਸਾਡੇ ਗੁਰੂਆਂ ਨੇ ਕੀ ਕੀਤਾ ਹੈ? ਕਰਮ ਕਾਂਡ ਇਸੇ ਨੂੰ ਕਹਿੰਦੇ ਹਨ। ਜੇ ਗੁਰੂ ਮਹਾਰਾਜ ਜਾ ਕੇ ਹਰਿਦੁਆਰ ਦੇ ਵਿੱਚ ਇਸ਼ਨਾਨ ਕਰ ਰਹੇ ਪੰਡਿਤ ਨੂੰ ਦੇਖਿਆ ਔਰ ਉਹਨੂੰ ਦੇਖਿਆ ਕਿ ਸੂਰਜ ਨੂੰ ਜਲ ਚੜਾ ਰਿਹਾ ਹੈ, ਤੇ ਉਹ ਪੱਛਮ ਵੱਲ ਮੂੰਹ ਕਰਕੇ ਪਾਣੀ ਸੁੱਟਣ ਲੱਗੇ, ਕਹਿ ਲਗੇ ਕਰਤਾਰਪੁਰ ਵਿੱਚ ਮੇਰੇ ਖੇਤ ਸੁੱਕ ਰਹੇ ਹਨ। ਉਹਨੇ ਕਿਹਾ ਤੁਹਾਡਾ ਪਾਣੀ ਪਹੁੰਚੇਗਾ, ਕਹਿੰਦਾ ਤੇਰਾ ਕਰੋੜਾਂ ਮੀਲ ਪਹੁੰਚ ਸਕਦਾ। ਇਹ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਇੱਕ ਵਹਿਮ ਹੈ ਨਾ, ਵਹਿਮ ਝੂਠ ਨੂੰ ਜਨਮ ਦਿੰਦਾ ਹੈ। ਵਹਿਮ ਜਿਹੜਾ ਹੈ ਇਹ ਸਾਡੇ ਅੰਦਰ ਇੱਕ ਸੋਚ ਪੈਦਾ ਕਰਦਾ ਹੈ, ਇਹ ਪਾਪ ਹੈ। ਪਾਪ ਉਹ ਨਹੀਂ ਹੈ ਜੋ ਅਸੀਂ ਸਮਝਦੇ ਹਾਂ, ਪਾਪ ਉਹ ਹੈ ਜੋ ਸਾਡੇ ਕਰਮਾਂ ਦਾ ਪਾਪ ਹੈ। ਅਸੀਂ ਗਲਤ ਕੰਮ ਕੀਤਾ ਹੈ, ਉਹ ਪਾਪ ਹੈ। ਇਸ ਕਰਕੇ ਇਹ ਕਹਿਣਾ ਕਿ ਮੈਂ ਤੀਰਥ ਯਾਤਰਾ ਜਾਵਾਂਗਾ ਤੇ ਮੇਰੇ ਸਭ ਪੁੰਨ ਹੋ ਜਾਏਗਾ 8, ਲੇਕਿਨ ਗੁਰੂ ਮਹਾਰਾਜ ਨੇ ਬਿਲਕੁਲ ਸਾਫ਼ ਕਹਿ ਦਿੱਤਾ ਹੈ 68 ਤੀਰਥ ਸਗਲ ਪੁੰਨ, ਇਹ ਸਾਰੇ ਕਰ ਲਏ, ਤਰਾਜੂ ਦੇ ਇੱਕ ਪਲੜੇ 'ਚ ਰੱਖਦੇ ਸਾਰੇ ਕਿ ਮੈਂ ਇਹ ਕਰ ਲਿਆ। ਜੀਵ ਦਿਆ ਪ੍ਰਵਾਨ, ਇੱਕ ਭੁੱਖਾ ਮਰ ਰਿਹਾ ਹੈ ਉਹਨੂੰ ਰੋਟੀ ਖਵਾ ਦਿੱਤੀ, ਇੱਕ ਨੰਗਾ ਹੈ ਉਹਨੂੰ ਕੱਪੜੇ ਪਾ ਦਿੱਤੇ, ਇੱਕ ਬਿਮਾਰ ਹੈ ਉਹਦਾ ਇਲਾਜ ਕਰਾ ਦਿੱਤਾ। ਉਹ ਇੱਕ ਕਿਰਿਆ ਜਿਹੜੀ ਹੈ ਪਲੜੇ 'ਚ ਦੂਜੇ ਪਾਸੇ ਰੱਖੋਗੇ ਤਾਂ ਪਲੜਾ ਥੱਲੇ ਚਲਾ ਜਾਏਗਾ ਤੇ ਇਹ ਉੱਪਰ ਚਲਾ ਜਾਏਗਾ। ਇਹ ਖਾਲੀ ਸੋਚ ਹੈ। ਮੈਂ ਸ਼ਬਦ ਫਿਰ ਵੀ ਯੂਜ਼ ਕਰਾਂਗਾ, ਕਰਮ ਕਾਂਡ ਨਹੀਂ ਸਾਨੂੰ ਮੰਨਣੇ ਚਾਹੀਦੇ। ਸਾਨੂੰ ਜੋ ਅਸੀਂ ਕਰਮ ਕਰਦੇ ਹਾਂ ਉਹਦੇ ਨਾਲ ਜੋ ਸਾਨੂੰ ਫਲ ਮਿਲਦਾ ਹੈ ਉਸ ਨੂੰ ਮੰਨਣਾ ਚਾਹੀਦਾ ਹੈ। ਬਿਲਕੁਲ ਸਦੀਆਂ ਪਹਿਲੇ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵਹਿਮਾਂ ਭਰਮਾਂ ਕਰਮ ਕਾਂਡਾਂ ਤੋਂ ਸਾਨੂੰ ਕੱਢਿਆ ਸੀ, ਇਸ ਤੋਂ ਵਰਜਣ ਦੀ ਕੋਸ਼ਿਸ਼ ਕੀਤੀ ਸੀ। ਪਰ ਅਫਸੋਸ ਇਹ ਹੁੰਦਾ ਹੈ ਕਿ ਅੱਜ ਅਸੀਂ ਉਹਨਾਂ ਦੀ ਸਿੱਖਿਆ 'ਤੇ ਅਮਲ ਨਹੀਂ ਕਰ ਪਾ ਰਹੇ। ਅਸੀਂ ਇੰਨਾ ਕੁਝ ਜਾਣਦੇ ਹਾਂ, ਇੰਨਾ ਕੁਝ ਸਮਝਦੇ ਹਾਂ, ਇੰਨਾ ਕੁਝ ਸੋਝੀ ਸਾਨੂੰ ਪ੍ਰਾਪਤ ਹੁੰਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ, ਪਰ ਫਿਰ ਵੀ ਅਸੀਂ ਉਹ ਲਾਹਾ ਲੈ ਨਹੀਂ ਪਾ ਰਹੇ, ਉਹ ਪ੍ਰਾਪਤੀ ਨਹੀਂ ਕਰ ਪਾ ਰਹੇ ਜੋ ਸਾਨੂੰ ਲੈਣੀ ਚਾਹੀਦੀ ਹੈ। ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਆਧੁਨਿਕ ਯੁੱਗ ਵਿੱਚ ਵੀ ਅਸੀਂ ਬਾਕੀ ਸਭ 'ਤੇ ਕੰਮ ਕਰ ਲੈਂਦੇ ਹਾਂ, ਪਰ ਜਦੋਂ ਗੱਲ ਆਉਂਦੀ ਹੈ ਇੱਕ ਰਿਵਾਇਤ ਦੀ, ਇੱਕ ਪਰੰਪਰਾ ਦੇ ਵਿੱਚ, ਤੇ ਉਹ ਕਿਤੇ ਨਾ ਕਿਤੇ ਜਾਣੇ ਜਾਂ ਫਿਰ ਅਣਜਾਣੇ ਸਾਡੇ ਤੋਂ ਅਜਿਹੇ ਕਰਮ ਹੋ ਜਾਂਦੇ ਨੇ ਜੋ ਕਰਮ ਕਾਂਡ ਜੋ ਕਹਾਉਂਦੇ ਨੇ। ਇਹ ਕਰਮ ਕਾਂਡਾਂ ਵਹਿਮਾਂ ਭਰਮ ਜੋ ਫਸੇ ਹੋਏ ਆ ਨਾ, ਇਹ ਅਸੀਂ ਉਸ ਤੋਂ ਬਾਹਰ ਨਹੀਂ ਨਿਕਲ ਪਾਉਂਦੇ। ਸਭ ਤੋਂ ਪਹਿਲੇ ਤਾਂ ਸਾਨੂੰ ਇਹ ਰਿਅਲਾਈਜ਼ ਹੀ ਨਹੀਂ ਹੁੰਦਾ ਕਿ ਜੋ ਅਸੀਂ ਕਰ ਰਹੇ ਹਾਂ ਉਹ ਕਰਮ ਕਾਂਡ ਜਾਂ ਵਹਿਮ ਹੈ। ਇਹ ਰਿਅਲਾਈਜ਼ ਹੋ ਜਾਏਗਾ। ਕਿਸੇ ਨੂੰ ਕਹਿੰਦੇ ਰਹੋ ਨਾ ਕਿ ਇਹ ਗਲਤ ਹੈ, ਇਹ ਗਲਤ ਹੈ, ਇਹ ਗਲਤ ਹੈ, 100 ਵਾਰੀ ਕਹੋ, ਉਹ ਨਹੀਂ ਸੁਧਰੇਗਾ। ਉਹਨੂੰ ਫੇਸ ਕਰਨ ਦਿਓ। ਠੋਕਰ ਲੱਗਦੀ ਹੈ ਨਾ, ਤੁਸੀਂ ਰਸਤੇ 'ਤੇ ਜਾ ਰਹੇ ਹੋ, ਠੋਕਰ ਲੱਗੀ, ਪੱਥਰ ਪਿਆ ਉੱਥੇ, ਤੇ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਠੋਕਰ ਲੱਗਣ ਤੋਂ ਬਾਅਦ ਨਾ ਜਿਹੜੇ ਅਗਲੇ ਕਦਮ ਹੁੰਦੇ ਨੇ ਉਹ ਤੇਜ਼ ਹੋ ਜਾਂਦੇ ਹਨ। ਤੁਸੀਂ ਮੈਂ ਕਹਿੰਦਾ ਅਗਰ ਕੋਈ ਸਾਡੀ ਗਲਤੀ ਕੱਢਦਾ ਹੈ ਜਾਂ ਗਲਤੀ ਕਰਦੀ ਹੈ ਤਾਂ ਸਭ ਤੋਂ ਵੱਡਾ ਸਾਡਾ ਐਜੂਕੇਟਰ ਜਿਹੜਾ ਉਹ ਗਲਤੀ ਹੁੰਦੀ ਹੈ, ਸਭ ਤੋਂ ਵੱਡਾ ਸਿੱਖਿਅਕ ਜਿਹੜਾ ਉਹ ਗਲਤੀਆਂ ਹੁੰਦੀਆਂ ਹਨ। ਉਹਨਾਂ ਗਲਤੀਆਂ ਤੋਂ ਫਿਰ ਸੁਧਾਰੋ। ਤੇ ਜਦੋਂ ਅਸੀਂ ਗਲਤੀ ਦੂਰ ਕਰਾਂਗੇ ਔਰ ਸੁਧਰਨ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਸਾਨੂੰ ਉਹ ਆਨੰਦ ਪ੍ਰਾਪਤ ਹੋਏਗਾ ਜਿਸ ਨੂੰ ਪਰਮਾਨੰਦ ਕਹਿੰਦੇ ਨੇ। ਪਰਮ ਮੈਨੇ ਸਭ ਤੋਂ ਉੱਚਾ। ਖਾਣ ਪੀਣ ਨਾਲ, ਅੱਛੇ ਮਕਾਨ 'ਚ ਰਹਿਣ ਨਾਲ, ਏਸੀ ਲਗਾ ਕੇ ਸੌਣ ਨਾਲ, ਅੱਛੇ ਕੱਪੜੇ ਪਾਉਣ ਨਾਲ ਆਨੰਦ ਨਹੀਂ ਮਿਲਦਾ ਜੀ। ਉਹ ਤੁਹਾਡੀ ਤੁਸ਼ਟੀ ਆਉਂਦੀ ਹੈ, ਥੋੜੀ ਦੇਰ ਵਾਸਤੇ ਤੁਹਾਨੂੰ ਚੰਗਾ ਲੱਗ ਸਕਦਾ ਹੈ। ਜਿੱਥੇ ਕਹਿੰਦੇ ਨਾ ਕਿਤੇ ਭੋਜਨ ਕੀਤਾ ਆਨੰਦ ਆ ਗਿਆ, ਨਹੀਂ ਬੋਲੇ ਭੋਜਨ ਬਹੁਤ ਅੱਛਾ ਹੈ। ਆਨੰਦ ਕਦੋਂ ਹੋਏਗਾ? ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ। ਮੇਰੇ ਇੱਕ ਰਿਸ਼ਤੇਦਾਰ ਨੇ ਪੁੱਛਿਆ ਜੀ ਸਹਿਜ ਸੇਤੀ ਦਾ ਮਤਲਬ ਕੀ ਹੈ? ਮੈਂ ਕਿਹਾ ਦੋ ਅਰਥ ਹਨ ਸਹਿਜ ਦੇ। ਇੱਕ ਤਾਂ ਮੈਂ ਨਾ ਤਪੱਸਿਆ ਕੀਤੀ, ਨਾ ਜੰਗਲਾਂ 'ਚ ਗਿਆ, ਨਾ ਇੱਕ ਪੈਰ 'ਤੇ ਖੜਾ ਹੋਇਆ, ਨਾ ਮੈਂ ਤੀਰਥ ਯਾਤਰਾ ਕੀਤੀ ਔਰ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਔਰ ਦੂਜਾ ਸਹਿਜ ਮੈਨੇ ਦ੍ਰਿੜਤਾ। ਦ੍ਰਿੜ ਹੋ ਕੇ ਜਦ ਮੈਂ ਉਹਦਾ ਨਾਮ ਜਪਿਆ ਤਾਂ ਮੈਨੂੰ ਆਨੰਦ ਆਇਆ। ਉਹ ਆਨੰਦ ਜਿਹੜਾ ਨਾ ਫਿਰ ਉਹ ਸਰੀਰਕ ਆਨੰਦ ਨਹੀਂ ਹੁੰਦਾ, ਉਹ ਮਾਨਸਿਕ ਆਨੰਦ ਹੁੰਦਾ ਹੈ ਔਰ ਉਹ ਸਾਡੇ ਅੰਦਰ ਇੱਕ ਸੰਤੋਸ਼ ਪੈਦਾ ਕਰਦਾ ਹੈ। ਫਿਰ ਅਸੀਂ ਰਾਜੇ ਬਣ ਜਾਂਦੇ ਹਾਂ ਕਿਉਂਕਿ ਸੰਤੋਸ਼ ਦਾ ਧਨ ਮਿਲ ਗਿਆ ਨਾ ਸਾਨੂੰ। ਤੇ ਜੇ ਸੰਤੋਸ਼ ਦਾ ਧਨ ਨਹੀਂ ਹੈ ਤੇ ਇਹਨਾਂ ਚੀਜ਼ਾਂ ਤੋਂ ਸੰਤੋਸ਼ ਨਹੀਂ ਮਿਲਦਾ। ਇਹਨਾਂ ਤੋਂ ਸਾਨੂੰ ਸਮੇਂ ਦੇ ਮੁਤਾਬਿਕ ਸਾਡੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ, ਇਹ ਖੁਸ਼ੀ ਹੁੰਦੀ ਹੈ, ਠੀਕ ਹੈ,
लेकिन ना आनंद है ना संतोष है। ਅਸਲ ਵਿੱਚ ਸਾਡੇ ਅੰਦਰ ਕਮੀ ਹੀ ਆਈ ਹੈ ਕਿ ਅਸੀਂ ਦੁਨਿਆਵੀ ਪਦਾਰਥਾਂ ਨੂੰ ਹੀ ਸਭ ਕੁਝ ਮੰਨ ਲਿਆ ਹੈ, ਅਸੀਂ ਉਹਨਾਂ ਦੇ ਵਿੱਚ ਹੀ ਖੁਸ਼ ਹੋ ਜਾਂਦੇ ਹਾਂ, ਭਾਵ ਅਸੀਂ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਖੁਸ਼ ਹੋ ਜਾਂਦੇ ਹਾਂ। ਪਰ ਜੋ ਇੱਕ ਵੱਡੀ ਗੱਲ ਹੈ, ਜੋ ਇੱਕ ਸੱਚ ਹੈ, ਉਹ ਅਸੀਂ ਉਸ ਤੋਂ ਥੋੜਾ ਪਿੱਛੇ ਰਹਿ ਗਏ ਹਾਂ। ਸਾਨੂੰ ਉਸ ਦੇ ਬਾਰੇ ਸੋਚਣਾ ਚਾਹੀਦਾ ਹੈ। ਜਿੱਥੇ ਅਸੀਂ ਥਾਂ ਥਾਂ 'ਤੇ ਗੁਰਮਤਿ ਕੈਂਪਾਂ ਦਾ ਪ੍ਰਬੰਧ ਕਰਦੇ ਹਾਂ, ਗੁਰਮਤਿ ਦੀ ਵਿਚਾਰ ਕਰਦੇ ਹਾਂ, ਗੁਰੂ ਦੇ ਅੱਗੇ ਮੱਥਾ ਟੇਕ ਕੇ ਸੰਗਤ ਦੇ ਵਿੱਚ ਬੈਠ ਕੇ ਉਸ ਪਰਮਾਤਮਾ ਦੀ ਵਡਿਆਈ ਕਰਦੇ ਹਾਂ, ਰੱਬੀ ਗੁਣਾਂ ਦੀ ਪ੍ਰਾਪਤੀ ਦੀ ਦਾਤ ਮੰਗਦੇ ਹਾਂ, ਉਸੇ ਤਰ੍ਹਾਂ ਹੀ ਸਾਨੂੰ ਵੀ ਇਹ ਸੋਚਣਾ ਹੋਏਗਾ ਕਿ ਜੋ ਇਹ ਦੁਨਿਆਵੀ ਪਦਾਰਥ ਨੇ ਇਹ ਸਦੀਵੀ ਰਹਿਣ ਨਹੀਂ ਵਾਲੇ। ਸੋ ਅਸੀਂ ਉਸ ਪਦਾਰਥ ਵੱਲ ਲੱਗੇ ਜੋ ਸਦੀਵੀ ਰਹਿਣ ਵਾਲਾ ਹੈ, ਭਾਵ ਤੁਹਾਡੇ ਜੀਵਨ ਦੇ ਅਖੀਰਲੇ ਸਵਾਸ ਤੱਕ ਤੁਹਾਡੇ ਨਾਲ ਰਹਿਣ ਵਾਲਾ ਹੈ, ਤੇ ਉਸ ਤੋਂ ਬਾਅਦ ਵੀ ਰਹੇਗਾ। ਤੇ ਇਸੇ ਲਈ ਕਹਿੰਦੇ ਨੇ ਲੋਕ ਸੁਖੀ ਪਰਲੋਕ ਸੁਹੇਲਾ। ਹਾਂਜੀ, ਪਰਲੋਕ ਦਾ ਲੋਕ ਤੇ ਹੋ ਗਿਆ ਜਿੱਥੇ ਅਸੀਂ ਜੀ ਰਹੇ ਰਹਿ ਰਹੇ ਹਾਂ। ਪਰਲੋਕ ਦਾ ਮਤਲਬ ਇਹ ਨਹੀਂ ਕਿ ਉੱਤਰ ਵੈਕਿਊਮ ਦੇ ਉੱਪਰ ਕੋਈ ਸਵਰਗ ਹੈ ਜਾਂ ਉੱਪਰ ਹੈ, ਉੱਪਰ ਤੇ ਜਿੰਨੇ ਵੀ ਸੈਟੇਲਾਈਟ ਗਏ ਉੱਥੇ ਕੁਝ ਵੀ ਨਹੀਂ ਮਿਲਿਆ। ਪਰਲੋਕ ਦਾ ਮਤਲਬ ਹੁੰਦਾ ਹੈ ਸਾਡਾ ਉਹ ਲੋਕ ਜਿਹੜੇ ਸਾਡੇ ਇਲਾਵਾ, ਸਾਡੀ ਸੰਤੁਸ਼ਟੀ ਦੇ ਇਲਾਵਾ ਅਸੀਂ ਦੂਸਰਿਆਂ ਦੇ ਵਾਸਤੇ ਜੋ ਕੰਮ ਕਰਦੇ ਹਾਂ ਜੀ, ਉਹ ਹੈ। ਪਰ ਉਹਨਾਂ ਦਾ ਲੋਕ ਜਿਹੜਾ, ਅਗਰ ਉਸ ਨੂੰ ਵੀ ਅਸੀਂ ਖੁਸ਼ਹਾਲ ਬਣਾ ਦਿੰਦੇ ਹਾਂ ਤਾਂ ਫਿਰ ਅਸੀਂ ਸਮਝਦੇ ਹਾਂ ਕਿ ਅਸੀਂ ਬਹੁਤ ਵੱਡਾ ਕੰਮ ਕੀਤਾ ਹੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਔਰ ਸੱਚ ਦੇ ਬਾਰੇ ਗੁਰਬਾਣੀ ਕਹਿੰਦੀ ਹੈ ਕਿ ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ। ਦਿਲ ਤੇ ਵਿੱਚ ਸੱਚਾਈ ਹੈ ਨਹੀਂ, ਦਿਲ ਸਾਡਾ ਸੱਚਾ ਨਹੀਂ ਹੈ, ਕਰਮ ਸਾਡੇ ਅੱਛੇ ਨਹੀਂ ਹਨ, ਤਾਂ ਅਸੀਂ ਕਹੇ ਜੀ ਅਸੀਂ ਬੜੇ ਸੱਚੇ ਹਾਂ, ਅਸੀਂ ਸੱਤਵਾਨ ਹਾਂ। ਨਹੀਂ, ਅਸੀਂ ਬਿਲਕੁਲ ਨਹੀਂ ਹਾਂ। ਕੂੜ ਕੀ ਮਲ ਉਤਰੇ, ਕੂੜ ਦੀ ਸਾਰੀ ਮਲ ਕੱਢ ਦਿਓ। ਮੈਂ ਹੁਣ ਥੋੜੀ ਦੇਰ ਪਹਿਲੇ ਕਿਹਾ ਨਾ, ਅੰਤਰਗਤ ਤੀਰਥ ਮਲ ਨਾ ਹੋ, ਮੈਲ ਕੱਢੋ ਸਾਰੀ। अब फिर क्या होएगा, सच सबना होए दारू। कोई बीमारी होए ना, कोई दुख होए, कोई तकलीफ होए, दवाइयाँ अपनी जगह हैं, लेकिन जो बंदा सच्चा है ਉਹਦੇ ਅੰਦਰ ਸੱਚੇ ਪ੍ਰਭੂ ਨਾਲ ਉਹਦੀ ਲੋਹ ਲੱਗੀ ਹੋਈ ਹੈ, ਲਿਵ ਲੱਗੀ ਹੋਈ ਹੈ, ਤਾਰ ਬੰਨੀ ਹੋਈ ਹੈ, ਤਾਂ ਫਿਰ ਉਹ ਆਦਮੀ ਦੁਖੀ ਨਹੀਂ ਹੋ ਸਕਦਾ। ਉਹ ਹਰ ਬਿਮਾਰੀ ਦਾ ਇਲਾਜ ਸੱਚ ਹੈ। ਜਦ ਤੱਕ ਝੂਠ ਬੋਲੇਗਾ ਦੁਖੀ ਹੁੰਦਾ ਰਹੇਗਾ, ਜਦ ਤੱਕ ਝੂਠ ਬੋਲੇਗਾ ਕਲੇਸ਼ ਵਿੱਚ ਰਹੇਗਾ, ਜਦ ਤੱਕ ਝੂਠ ਬੋਲੇਗਾ ਸੰਤਾਪ ਵਿੱਚ ਰਹੇਗਾ। ਸੰਤਾਪ ਦਾ ਮਤਲਬ ਹੁੰਦਾ ਮੈਂਟਲੀ ਹੀ ਵਿਲ ਬੀ ਡਿਸਟਰਬਡ, ਫਿਜ਼ੀਕਲੀ ਮੈਂਟਲੀ ਹਰ ਤਰੀਕੇ ਨਾਲ ਉਹ ਬੰਦਾ ਜਿਹੜਾ ਝੂਠ ਦਾ ਸਹਾਰਾ ਲੈਂਦਾ ਹੈ। ਸਭ ਸੱਚ ਜਿਹੜਾ ਹੈ ਉਹ ਸਭ ਦਾ ਦਾਰੂ ਹੈ, ਉਹ ਸਭ ਨੂੰ ਸਾਨੂੰ ਬਚਾਉਂਦਾ ਹੈ। ਇਸੇ ਤਰ੍ਹਾਂ ਗੁਰਬਾਣੀ ਕਹਿੰਦੀ ਹੈ ਸੱਚ ਕੌਣ ਬੋਲਦਾ ਹੈ, ਸੱਚ ਕੌਣ ਬੋਲ ਸਕਦਾ ਹੈ, ਸੱਚ ਦਾ ਧਨ ਕਿਹਨੂੰ ਪ੍ਰਾਪਤ ਹੋਏਗਾ, ਜੇ ਉਹਦੀ ਕਿਰਪਾ ਹੋਏਗੀ। ਤਾਂ ਜੇ ਪ੍ਰਭੂ ਦੀ ਕਿਰਪਾ ਨਹੀਂ ਹੈ ਤਾਂ ਅਸੀਂ ਸੱਚੇ ਨਹੀਂ ਬਣ ਸਕਦੇ। ਸਾਨੂੰ ਪਹਿਲੇ ਪ੍ਰਭੂ ਦੀ ਕਿਰਪਾ ਪ੍ਰਾਪਤ ਕਰਨ ਯੋਗ ਆਪਣੇ ਆਪ ਨੂੰ ਬਣਾਉਣਾ ਪਏਗਾ। ਯੋਗ ਬਣਾਉਣ ਵਾਸਤੇ ਸਾਨੂੰ ਉਹ शारीरिक नहीं मानसिक भावना साढ़े अंदर वो पैदा होनी पेगी कि परमात्मा जिहड़ा है, प्रभु जिहड़ा है, जिन्हों असी वाहगुरू कहने ना तो असी दे देते ना, किसी ने गॉड कह दिता, किसी ने खुदा कह दिता, किसी ने अल्लाह कह दिता, किसी ने वाहगुरू कह दिता, किसी ने ईश्वर कह दिता, बड़े नाम घर च बच्चों के जिस तरह कई नाम हो जाते हैं, लेकिन हस्ती तो एक ही है ना, रस्ते अलग अलग हैं, ठिकाना तो एक है। उस तक पहुँचना है अगर, तो मैं समझना सानू सच की सीढ़ी ते चढ़ के जाना पेगा, सच की गड्डी ते चढ़ के जाना पेगा। सच के पहिए जड़े हैं ना जब सानू लग जाएंगे ना, तो फिर असी ठोकर नहीं खावांगे। फिर असी उस प्रभु की कृपा नाल अपने जीवन नू जब असी सच्चा बनावांगे तो कहेंगे जी बड़ा आदर्शवादी है जी। आदर्श शब्द का मतलब ही होंदा है जिहदे अंदर कोई ऐब नहीं है। परमात्मा आदर्श है, ਅਸੀਂ ਉਹਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਹਦਾ ਕੋਈ ਰੂਪ ਨਹੀਂ ਹੈ, ਰੰਗ ਨਹੀਂ ਹੈ, ਕੋਈ ਆਕਾਰ ਨਹੀਂ ਹੈ, ਕੋਈ ਪ੍ਰਕਾਰ ਨਹੀਂ ਹੈ, ਲੇਕਿਨ ਉਹ ਪਰਮਾਤਮਾ ਜਿਹੜਾ ਹੈ ਉਦੋਂ ਹੀ ਸਾਡਾ ਸਾਥ ਦੇ ਸਕਦਾ ਜਦ ਅਸੀਂ ਆਪਣੇ ਆਪ ਨੂੰ ਸਹੀ ਲੀਨ ਕਰ ਲਵਾਂਗੇ। ਤੀਰਥਾਂ ਤੇ ਨਾ ਭਟਕੋ, ਮਨ ਦੇ ਤੀਰਥ ਤੇ ਜਾਓ ਜੀ। ਦਾਨ ਉੱਥੇ ਨਾ ਕਰੋ ਜਿੱਥੇ ਜ਼ਰੂਰਤ ਨਹੀਂ ਹੈ। ਲੰਗਰ ਉਹਨਾਂ ਵਾਸਤੇ ਅਸੀਂ ਲਗਵਾ ਦਿੰਦੇ ਹਾਂ, ਮਾਫ ਕਰਨਾ, ਜਿਹੜੇ ਰੱਜੇ ਪੁੱਜੇ ਲੋਕ ਹਨ। ਬਾਹਰ ਸੜਕ ਤੇ ਜਾਓ, ਦੇਖੋ ਲੋਕਾਂ ਨੂੰ ਕਈ ਵਾਰ ਲਗਾਉਂਦੇ ਨੇ। ਮੈਂ ਜਿੱਥੇ ਰਹਿੰਦਾ ਇੱਥੇ ਗੁਰਪੁਰਬ ਤੇ ਆਮ ਤੌਰ ਤੇ ਬਾਹਰ ਲੰਗਰ ਲਗਾਏ ਜਾਂਦੇ ਆ ਜੀ। ਲੋਕ ਫਿਰ ਉਹਨਾਂ ਨੂੰ ਇਹ ਨਹੀਂ ਕਿ ਉਹ ਇੱਕ ਪਲੇਟ 'ਚ ਉਹਨਾਂ ਨੂੰ ਚਾਵਲ ਜਾਂ ਰਾਜਮਾ ਜਾਂ ਤੁਸੀਂ ਉਹ ਸ਼ਰਬਤ ਦੇ ਦਿੱਤਾ, ਉਹਨੂੰ ਇੱਕ ਸੰਤੁਸ਼ਟੀ ਹੁੰਦੀ ਹੈ ਕਿ ਇਹ ਕੌਮ ਜਿਹੜੀ ਹੈ ਇਹ ਸਾਡੀ ਸੇਵਾ ਕਰ ਰਹੀ ਹੈ। ਉਹਦੇ ਜਿਹੜੇ ਸੰਤੋਸ਼ ਦੀ ਪ੍ਰਾਪਤੀ ਹੈ ਨਾ ਉਹਨੂੰ ਮਿਲਦਾ ਹੈ। ਇਹ ਨਹੀਂ ਕਿ ਉਹਦਾ ਢਿੱਡ ਭਰ ਜਾਂਦਾ ਹੈ ਜਾਂ ਉਹ ਹੁੰਦਾ ਹੈ। ਇਸ ਕਰਕੇ ਉਹ ਕੰਮ ਕਰੀਏ ਜਿਨ੍ਹਾਂ ਦੇ ਨਾਲ
ਮਨ ਸੱਚਾ ਹੋਏ, ਤਨ ਸੱਚਾ ਹੋਏ, ਰੂਹ ਸੱਚੀ ਹੋਏ, ਆਤਮਾ ਸੱਚੀ ਹੋਏ, ਤੇ ਫਿਰ ਪਰਮਾਤਮਾ ਨਾਲ ਮੇਲ ਕੋਈ ਰੋਕ ਹੀ ਨਹੀਂ ਸਕਦਾ, ਫਿਰ ਪਰਮਾਤਮਾ ਵੀ ਨਹੀਂ ਰੋਕ ਸਕਦਾ, ਫਿਰ ਤੇ ਇੱਕ ਰੂਪ ਹੋ ਹੀ ਜਾਏਗਾ, ਉਹਨੂੰ ਮਿਲ ਹੀ ਜਾਏਗਾ ਆਦਮੀ। ਇਸ ਕਰਕੇ ਉਸ ਤੀਰਥ ਤੇ ਇਸ਼ਨਾਨ ਕਰੋ ਜੋ ਮਨ ਦੇ ਅੰਦਰ ਹੈ, ਉਸ ਦਾ ਧਿਆਨ ਕਰੋ ਜਿਹਨੂੰ ਮਨ ਵਿੱਚ ਵਸਾਇਆ ਹੈ। ਸਭ ਕੁਝ ਇੱਥੇ ਹੀ ਹੈ, ਇੱਧਰ ਉੱਧਰ ਭਟਕਣ ਦੀ ਲੋੜ ਨਹੀਂ ਹੈ। ਸਭੇ ਘਟ ਰਾਮ ਬੋਲੇ, ਹਰ ਘਟ ਦੇ ਵਿੱਚ, ਹਰ ਮਨ ਦੇ ਵਿੱਚ ਰਾਮ ਮੈਨੇ ਈਸ਼ਵਰ, ਉਹ ਰਾਮ ਰਾਮਾ ਸੇ ਜੇ ਰਮਿਅੰਤੇ, ਜਿਹੜਾ ਸਾਡੇ ਅੰਦਰ ਰਮ ਗਿਆ, ਸਮਾ ਗਿਆ, ਉਹ ਜਦ ਸਾਨੂੰ ਮਿਲ ਗਿਆ ਤਾਂ ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਬਿਲਕੁਲ, ਇੱਕ ਚੰਗਾ ਜੀਵਨ ਜੀਣ ਦੇ ਪੋਜ਼ਿਟਿਵ ਰਿਜ਼ਲਟਸ ਹੀ ਤੁਹਾਨੂੰ ਤਾਂ ਹੀ ਮਿਲਣਗੇ ਜਦ ਅਸੀਂ ਇਸ 'ਤੇ ਵਿਚਾਰ ਕਰਾਂਗੇ ਕਿ ਸਾਨੂੰ ਪ੍ਰਾਪਤੀ ਕੀ ਕਰਨੀ ਹੈ। ਅਸੀਂ ਥਾਂ ਥਾਂ 'ਤੇ ਜਾਂਦੇ ਹਾਂ, ਦਰਸ਼ਨ ਕਰਦੇ ਹਾਂ, ਕਈ ਇਤਿਹਾਸਕ ਨਿਸ਼ਾਨੀਆਂ 'ਤੇ ਜਾਂ ਇਤਿਹਾਸਕ ਥਾਵਾਂ 'ਤੇ ਜਾਂਦੇ ਹਾਂ, ਸਾਨੂੰ ਸੰਤੁਸ਼ਟੀ ਹੁੰਦੀ ਹੈ, ਜਾਣਾ ਵੀ ਚਾਹੀਦਾ ਹੈ, ਸਾਨੂੰ ਇਸ ਵਿੱਚ ਸੋਝੀ ਪ੍ਰਾਪਤ ਹੁੰਦੀ ਹੈ, ਸਾਨੂੰ ਜਾਣਕਾਰੀ ਮਿਲਦੀ ਹੈ, ਇਤਿਹਾਸ ਵਿੱਚ ਕੀ ਕੁਝ ਵਾਪਰਿਆ ਸਾਨੂੰ ਉਸ ਬਾਰੇ ਬਹੁਤ ਸਾਰੀ ਇਨਫੋਰਮੇਸ਼ਨ ਮਿਲਦੀ ਹੈ। ਉਹ ਇਨਫੋਰਮੇਸ਼ਨ ਅਸੀਂ ਤਾਂ ਹੀ ਲੈਣੀ ਹੈ ਜਦ ਅਸੀਂ ਇਸ 'ਤੇ ਵਿਚਾਰ ਕਰਾਂਗੇ ਕਿ ਸਾਡੇ ਉੱਥੇ ਜਾਣ ਦਾ ਕੁਛ ਨਾ ਕੁਛ ਲਾਹਾ ਸਾਨੂੰ ਜ਼ਰੂਰ ਮਿਲਣਾ ਚਾਹੀਦਾ ਹੈ। ਭਾਵ ਅਸੀਂ ਉੱਥੇ ਜਾ ਕੇ ਕੋਈ ਨਾ ਕੋਈ ਜਾਣਕਾਰੀ ਹਾਸਲ ਕਰੀਏ, ਕੋਈ ਨਾ ਕੋਈ ਸਾਨੂੰ ਸੋਝੀ ਮਿਲੇ, ਤਾਂ ਜੋ ਅਸੀਂ ਆਪਣੇ ਅੱਗੇ ਬੱਚਿਆਂ ਨੂੰ ਵੀ ਉਹ ਸੋਝੀ ਜਾਂ ਫਿਰ ਉਹ ਇਨਫੋਰਮੇਸ਼ਨ ਦੇ ਸਕੇ ਕਿ ਸਾਡਾ ਇਤਿਹਾਸ ਕਿੰਨਾ ਵਿਸ਼ਾਲ ਹੈ ਤੇ ਉਸ ਇਤਿਹਾਸ ਵਿੱਚ ਕੀ ਕੁਝ ਵਾਪਰਿਆ। ਅਸੀਂ ਉਸ ਸਥਾਨ 'ਤੇ ਗਏ, ਉਸ ਸਥਾਨ ਦੀ ਕੀ ਇੰਪੋਰਟੈਂਸ ਹੈ, ਕੀ ਮਹੱਤਵ ਹੈ, ਅਸੀਂ ਇਸ ਬਾਰੇ ਦੱਸ ਸਕਦੇ ਹਾਂ। ਪਰ ਅਸਲ ਤੀਰਥ ਉਹ ਹੈ, ਸਾਡਾ ਜਾਣਾ ਤਾਂ ਹੀ ਸਫਲ ਹੈ ਜਦ ਅਸੀਂ ਉੱਥੋਂ ਕੁਝ ਗੁਣਾਂ ਦੀ ਪ੍ਰਾਪਤੀ ਕਰ ਸਕੀਏ, ਕੁਝ ਪਰਮਾਤਮਾ ਦਾ ਨਾਮ ਅਸੀਂ ਲੈਂਦੇ ਹਾਂ ਤੇ ਨਾਮ ਕੀ ਹੈ ਅਸੀਂ ਉਸ 'ਤੇ ਵੀ ਅਸੀਂ ਵਿਚਾਰ ਕਰ ਸਕੀਏ। ਸੋ ਇਹ ਜ਼ਰੂਰੀ ਹੈ ਕਿ ਅਸੀਂ ਜਦ ਤੱਕ ਅਸੀਂ ਵਹਿਮਾਂ ਭਰਮਾਂ ਕਰਮ ਕਾਂਡਾਂ ਤੋਂ ਬਾਹਰ ਆ ਕੇ ਅਸੀਂ ਇਸ ਪਾਸੇ ਨਹੀਂ ਸੋਚਾਂਗੇ ਕਿ ਸੱਚ ਕੀ ਹੈ ਤੇ ਸੱਚਾ ਤੀਰਥ ਹੁੰਦਾ ਕੀ ਹੈ, ਉਦੋਂ ਤੱਕ ਅਸੀਂ ਇਸ 'ਤੇ ਮਾਇਨੇ ਨਹੀਂ ਸਮਝ ਪਾਵਾਂਗੇ। ਗੁਰਬਾਣੀ ਨੇ ਬਿਲਕੁਲ ਕਲੀਅਰ ਕੀਤਾ ਹੈ ਜੀ। ਅੰਮ੍ਰਿਤਸਰ ਜੀ, ਅੰਮ੍ਰਿਤਸਰ, ਸਰ ਮੈਨੇ ਸਰੋਵਰ, ਅੰਮ੍ਰਿਤ ਦਾ ਸਰੋਵਰ एक स्थान नहीं है। ਅਸੀਂ ਕਹਿੰਦੇ ਨਾ ਅੰਮ੍ਰਿਤਸਰ ਜੀ, ਸ਼ਹਿਰ ਦਾ ਨਾਂ ਹੈ, ਉਹ ਉੱਥੇ ਸਰੋਵਰ ਹੈ, ਅੰਮ੍ਰਿਤ ਦਾ ਸਰੋਵਰ ਹੈ, ਸਭ ਕੁਝ ਹੈ। ਲੇਕਿਨ ਸਤਿਗੁਰ ਪੁਰਖ ਅੰਮ੍ਰਿਤਸਰ ਵਡ ਭਾਗੀ ਨਾਵੇ ਜਾਏ। ਜੀ, ਜਿਹੜੇ ਵੱਡੇ ਭਾਗਾਂ ਵਾਲੇ ਹਨ, ਜਿਹਦੀ ਕਿਸਮਤ ਵਿੱਚ ਲਿਖਿਆ ਹੈ, ਉਹ ਉਸ ਅੰਮ੍ਰਿਤਸਰ ਵਿੱਚ ਇਸ਼ਨਾਨ ਕਰਦਾ ਹੈ। ਕਿਹੜਾ? ਸਤਿਗੁਰ ਪੁਰਖ ਅੰਮ੍ਰਿਤਸਰ। ਸਤਿਗੁਰ ਜਿਹੜਾ ਹੈ ਉਹੀ ਅੰਮ੍ਰਿਤਸਰ ਹੈ। ਸਤਿਗੁਰ ਦੀ ਭਾਵਨਾ ਜਿਹੜੀ ਹੈ ਉਹੀ ਅੰਮ੍ਰਿਤਸਰ ਹੈ। ਉਹਦੇ ਵਾਸਤੇ ਕਿਸੇ ਸ਼ਹਿਰ ਵਿੱਚ ਜਾਣ ਦੀ ਲੋੜ ਨਹੀਂ ਸਾਨੂੰ ਫਿਰ ਮੁੜ ਕੇ ਮੈਂ ਉਹੀ ਗੱਲ ਕਹਾਂਗਾ, ਉਹ ਹੁਣ ਜਨਮ ਜਨਮ ਕੀ ਮੈਲ ਉਤਰੇ ਨਿਰਮਲ ਨਾਮ ਦ੍ਰਿੜਾਏ। ਜਿਹੜੇ ਨਾਮ ਜਪਦੇ ਹਨ, ਨਾਮ ਜਪਣ ਨਾਲ, ਜਿਸ ਤਰ੍ਹਾਂ ਜਪਜੀ ਸਾਹਿਬ ਦੀ ਪੰਕਤੀ ਆਉਂਦੀ ਹੈ, ਮੇਰੇ ਮਿੱਤਰ ਆਏ, ਮੈਂ ਉਹਨਾਂ ਨੂੰ ਰਸਤੇ 'ਚ ਉਹਦੀ ਗੱਲ ਕਰ ਰਿਹਾ ਸੀ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ। ਜੀ, ਸ਼ਬਦ ਸਾਬੂਨ ਹੈ। ਮੇਰੇ ਕੋਲ ਇੱਕ ਸੱਜਣ ਨੇ ਪੁੱਛਿਆ, ਇਹ ਸਾਬਣ ਨੂੰ ਸਾਬੂਨ ਕਿਉਂ ਲਿਖਿਆ ਗਿਆ ਜੀ? ਮੈਂ ਕਿਹਾ ਮਾफ़ ਕਰਨਾ, ਅੱਜ ਮੇਰੇ ਕੋਲ ਜਵਾਬ ਨਹੀਂ ਹੈ। ਮੈਂ 2 ਦਿਨ ਕੋਸ਼ਿਸ਼ ਕੀਤੀ, ਸਟੱਡੀ ਕੀਤੀ, ਤੇ ਮੈਨੂੰ ਜਵਾਬ ਮਿਲ ਗਿਆ। ਬੂਣ ਦਾ ਮਤਲਬ ਬੁਣਤੀ ਹੈ। ਕੱਪੜਾ ਧੋਇਆ ਜਾਂਦਾ ਨਾ ਸਾਬਣ ਨਾਲ, ਜੀ, ਤੇ ਬੁਣਤੀ ਦੇ ਵਿੱਚ ਮੈਲ ਰਹਿ ਜਾਂਦੀ ਹੈ। ਮੈਨੂੰ ਯਾਦ ਹੈ ਮੇਰੇ ਮਾਤਾ ਜੀ ਨਾ ਹਮੇਸ਼ਾ ਉਹਨੂੰ ਟੋਕਦੇ ਸੀ ਮੇਡ ਨੂੰ, ਊਸ਼ਾ ਦੇਖੋ ਸਿਲਾਈ ਕੇ ਅੰਦਰ ਮੈਲ ਹੈ, ਤੁਸੀਂ ਮੈਲ ਜਦ ਸਾਫ਼ ਕਰਨੀ ਹੈ ਨਾ ਤੇ ਬੁਣਤੀ ਦੇ ਵਿੱਚੋਂ ਵੀ ਸਾਫ਼ ਕਰੋ ਨਾ, ਫਿਰ ਉਹ ਕੱਪੜਾ ਜਿਹੜਾ ਹੋਏਗਾ ਨਾ, ਉਹ ਕੱਪੜਾ ਜਿਹੜਾ ਫਿਰ ਉਹ ਨਿਰਮਲ ਹੋਏਗਾ। ਔਰ ਉਹ ਮੈਲ ਕਿਹੜੇ ਸਾਬੁਣ ਨਾਲ ਸਾਫ਼ ਹੋਏਗੀ? ਨਾਮ ਦੇ ਸਾਬੁਣ ਨਾਲ। ਨਾਮ ਦਾ ਸਾਬਣ ਲਗਾਵਾਂਗੇ ਤੇ ਫਿਰ ਉਹ ਮੈਲ ਸਾਫ਼ ਹੋਏਗੀ। ਔਰ ਕੋਈ ਐਸਾ ਕਾਰਨ ਨਹੀਂ ਹੈ, ਦੁਨੀਆ ਦੇ ਵਿੱਚ ਕੋਈ ਐਸੀ ਸ਼ਕਤੀ ਨਹੀਂ ਹੈ ਜਿਹੜੀ ਤੁਹਾਨੂੰ ਸੱਚ ਬੋਲਣ ਤੋਂ ਰੋਕ ਸਕਦੀ ਹੈ। ਝੂਠ ਬੋਲਣ ਵਾਸਤੇ ਉਕਸਾਉਣ ਵਾਲੇ ਬੜੇ ਹਨ, ਲੇਕਿਨ ਜੇ ਤੁਸੀਂ ਸੱਚੇ ਹੋ ਤਾਂ ਤੁਹਾਨੂੰ ਰੋਕਣ ਵਾਲਾ ਕੋਈ ਨਹੀਂ ਹੈ, ਕੋਈ ਤਾਕਤ ਤੁਹਾਨੂੰ ਨਹੀਂ ਰੋਕ ਸਕਦੀ। ਔਰ ਤੁਸੀਂ ਫਿਰ ਉਸ ਵਕਤ ਇੱਕ ਆਦਰਸ਼, ਇੱਕ ਸੱਚਾ ਪੁਰਸ਼, ਜੀ, ਜਿਹਨੂੰ ਸਤਪੁਰਖ ਕਹਿੰਦੇ ਹਾਂ ਅਸੀਂ, ਪਰਮਾਤਮਾ ਨੂੰ ਸਤਪੁਰਖ ਕਹਿੰਦੇ ਹਾਂ ਨਾ, ਕਿਉਂਕਿ ਉਹ ਸੱਚਾ ਹੀ ਸੱਚਾ ਹੈ। ਉਹਦੇ ਦਰਬਾਰ ਦੇ ਵਿੱਚ ਨਾ ਕੋਈ ਵਕੀਲ ਹੈ, ਨਾ ਕੋਈ ਦਲੀਲ ਹੈ, ਨਾ ਕੋਈ ਬਹਿਸ ਹੈ, ਨਾ ਕੁਛ। ਉੱਥੇ ਸੱਚੋਂ ਹੀ ਸੱਚ ਨਿਬੜੇ। ਉੱਥੇ ਸੱਚ ਨਾਲ ਹੀ ਸਾਰਾ ਕੁਝ ਹੁੰਦਾ ਹੈ। ਉੱਥੇ ਕੋਈ ਜਾ ਕੇ ਬਹਿਸ ਕਰਕੇ ਕੋਈ ਕਹੇ ਜੀ ਇਹ ਗਲਤ ਹੈ, ਠੀਕ ਨਹੀਂ। ਉੱਥੇ ਜੇ ਸੱਚ ਹੈ ਤਾਂ ਕੋਈ ਵਕੀਲ ਦੀ ਵੀ ਜ਼ਰੂਰਤ ਨਹੀਂ ਹੈ, ਫਿਰ ਤਾਂ ਪਰਮਾਤਮਾ ਜਿਹੜਾ ਹੈ ਉਹਦੇ ਨਾਲ ਹੈ। ਭਾਵ ਸਭ ਕੁਝ ਸਾਡੇ ਕਰਮਾਂ ਤੇ ਡਿਪੈਂਡ ਹੈਗਾ, ਸਭ ਅਸੀਂ ਕਿਸ ਕਰਮਾਂ ਤੇ ਤਰ੍ਹਾਂ ਦੇ ਕੰਮ ਡਿਪੈਂਡ ਕਰਦੇ ਕਰਦੇ। ਹਾਂ। ਕਰਮ ਸਾਡੇ ਚੰਗੇ ਹਨ ਤੇ ਅਸੀਂ ਸੱਚਵਾਦੀ ਹਾਂ। ਜੀ, ਜੇ ਕਰਮ ਮਾੜੇ ਹਨ ਤਾਂ ਸਾਡੇ ਵਰਗਾ ਝੂਠਾ ਕੋਈ ਨਹੀਂ ਹੈ। ਜੀ, ਜਿਸ ਤਰ੍ਹਾਂ ਭਾਂਡਾ ਝੂਠਾ ਹੋ ਜਾਂਦਾ ਨਾ,
ਜੀ। ਉਸੇ ਤਰ੍ਹਾਂ ਬੰਦਾ ਜਿਹੜਾ ਉਹ ਝੂਠਾ ਹੋ ਜਾਂਦਾ ਹੈ ਜਦ ਉਹਦੇ ਅੰਦਰ ਮੈਲ ਰਹਿ ਜਾਂਦੀ ਹੈ। ਤੇ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਕਰਮਾਂ ਨੂੰ ਠੀਕ ਰੱਖੀਏ। ਜੀ। ਕਰਮਾਂ ਸਮਝਣਾ ਖੇਤ है ना। किसी ने कहा कि आप ये कैसे कहते हो कि करीम और रहीम ये तो हमारे हैं। मेरे एक मुसलमान मित्र ने कहा, जी। मैं क्या गुरबाणी कहती, मैं नहीं कहता। कादर करम करीम, साढ़े कर्मां ਦੇ ਮੁਤਾਬਿਕ ਪਰਮਾਤਮਾ ਸਾਨੂੰ ਜਿਹੜਾ ਹੈ ਉਹ ਉਹਦਾ ਫਲ ਦਿੰਦਾ ਹੈ। ਜੀ, ਔਰ ਜਦ ਕਿਰਪਾਧਾਰ ਰਹਿਮ ਉਹਦੀ ਕਿਰਪਾ ਹੋਵੇ ਨਾ ਤੇ ਫਿਰ ਜੀ। ਮਿਹਰ ਕਰਦਾ ਹੈ, ਫਿਰ ਰਹਿਮ ਕਰਦਾ ਹੈ, ਫਿਰ ਸਾਡਾ ਜੀਵਨ ਜਿਹੜਾ ਹੈ ਉਹ ਸੁਖੀ ਹੋ ਜਾਂਦਾ ਹੈ। बिल्कुल जपजी साहिब विच भी पंक्ति आती है, तीरथ नावा जे तिस पावा विन पाने की नाई करी, जे ती सिरट उपाय वेखा विड़ कर्मा के मिले रही, मत विच रतन जवाहर माणक जे गुर की सिख सुनी, गुरा एक दे बुझाई, सबना जिया का एक दाता सो मैं विसर ना जाए। तीरथ नावा तीरथ अस्थानां ते जाण दा फायदा सानू तां ही है जद असी सच्चे मन दे नाल सच्ची शरधा दे नाल उस परमात्मा दे अगे जाइए ते अरदास करिए कि साडे उत्ते किरपा कर, क्योंकि ये सारी सृष्टि सारी कायनात उस परमात्मा दी किरपा दे विच ही है। तीरथ अस्थानां ते जाके असी की खटिया असी इस बारे जरूर सोचना है, क्योंकि असी इस बारे सोच नहीं पाते। सानू ये सब तो पहले तो अरदास करनी चाहिए परमात्मा दे अगे कि सानू अपने नाम दी दात बख्श, अपनी किरपा कर। भाव परमात्मा तीर्थ स्थानां ते जाके खुश नहीं होंदा, खुश तां ही होंदा जद साडे कर्म चंगे होंदे ने, जदों साडे जो कारज ने वो असी ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਸ ਪਰਮਾਤਮਾ ਦਾ ਨਾਮ ਲੈ ਕੇ। ਸਫਲ ਤੇ ਜ਼ਰੂਰ ਹੋਣਗੇ ਕਿਉਂਕਿ ਅਸੀਂ ਪਰਮਾਤਮਾ ਦਾ ਨਾਮ ਲੈ ਕੇ ਉਹ ਕਾਰਜ ਸ਼ੁਰੂ ਕਰਦੇ ਹਾਂ। ਸੋ ਸਭ ਕੁਝ ਸਾਡੇ ਕਰਮਾਂ ਤੇ ਡਿਪੈਂਡ ਹੈ, ਸਾਡੀ ਸੱਚਾਈ ਤੇ ਡਿਪੈਂਡ ਹੈ, ਸਾਡੀ ਸ਼ਰਧਾ ਤੇ ਡਿਪੈਂਡ ਹੈ। ਹਾਂ, ਇੱਥੇ ਇਹ ਵੀ ਗੱਲ ਵਿਚਾਰਨਯੋਗ ਹੈ ਕਿ ਸਾਡੀ ਜੋ ਸ਼ਰਧਾ ਹੈ ਉਹ ਅੰਨੀ ਸ਼ਰਧਾ ਨਹੀਂ ਹੋਣੀ ਚਾਹੀਦੀ। ਭਾਵ ਵਹਿਮਾਂ ਕਰਮ ਕਾਂਡਾਂ ਤੋਂ ਅਸੀਂ ਕਿਤੇ ਉੱਠ ਕੇ ਸਿਰਫ ਅੰਮ੍ਰਿਤ ਬਾਰੇ ਸੋਚਣਾ ਹੈ ਤੇ ਅੰਮ੍ਰਿਤ ਸਿਰਫ ਤੇ ਸਿਰਫ ਬਾਣੀ ਹੈ। ਉਸ ਬਾਣੀ ਦਾ ਇੱਕ ਇੱਕ ਅੱਖਰ ਅੰਮ੍ਰਿਤ ਹੈ ਤੇ ਉਸ ਅੰਮ੍ਰਿਤ ਦੇ ਜ਼ਰੀਏ ਹੀ ਅਸੀਂ ਇਸ ਚੀਜ਼ ਤੇ ਵਿਚਾਰ ਕਰ ਸਕਦੇ ਹਾਂ, ਇਸ ਗੱਲ ਤੇ ਵਿਚਾਰ ਕਰ ਸਕਦੇ ਹਾਂ ਕਿ ਵਾਕਈ ਜੋ ਸੱਚ ਕੀ ਹੈ ਤੇ ਸੱਚਾ ਤੀਰਥ ਹੁੰਦਾ ਕੀ ਹੈ। ਸਾਧ ਸੰਗਤ ਜੀ, ਧਰਮ ਵਿਚਾਰ ਇੱਥੇ ਸੰਕੋਚਦੇ ਹੁਣ ਲੈਣੇ ਆਪ ਜੀ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਜਵਾਬ। ਪ੍ਰਸ਼ਨ ਹੈ ਜੀ ਸੋਲਨ ਤੋਂ ਸਤਿੰਦਰ ਸਿੰਘ ਜੀ ਪੁੱਛ ਰਹੇ ਨੇ, ਮੂਲ ਮੰਤਰ ਤੇ ਗੁਰਮੰਤਰ ਕੀ ਹੈ, ਵਿਸਥਾਰ ਨਾਲ ਜਾਣਨਾ ਚਾਹ ਰਹੇ ਨੇ। ਬੜਾ ਸੋਹਣਾ ਪ੍ਰਸ਼ਨ ਕੀਤਾ ਇਹਨਾਂ ਨੇ। ਸਭ ਤੋਂ ਪਹਿਲੇ ਮੈਂ ਮੂਲ ਮੰਤਰ ਦੀ ਗੱਲ ਕਰਾਂਗਾ। ਕਈ ਜਗ੍ਹਾ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਭੰਗ ਗੁਰ ਪ੍ਰਸਾਦ, ਇੱਥੋਂ ਤੱਕ ਹੀ ਮੂਲ ਮੰਤਰ ਹੈ। ਕਈ ਜਗ੍ਹਾ ਲੋਕ ਅਗਿਆਤ ਸੱਚ ਜੁਗਾਤ ਸਭ ਬੋਲ ਜਾਂਦੇ ਹਨ, ਜਦ ਕਿ ਇਹ ਮੰਗਲਾ ਚਰਨ ਹੈ। ਗੁਰ ਪ੍ਰਸਾਦ ਤੱਕ ਜਪਜੀ ਸਾਹਿਬ ਦਾ ਮੰਗਲਾ ਚਰਨ ਹੈ। ਕਿਸੇ ਵੀ ਬਾਣੀ ਤੋਂ ਪਹਿਲੇ ਦੀਆਂ ਪੰਕਤੀਆਂ ਜਿਹੜੀਆਂ ਨਾ ਉਹਦਾ ਪਰਿਚੈ ਦਿੰਦੀਆਂ ਹਨ। ਜੀ, ਇਹ ਹੈ ਮੂਲ ਮੰਤਰ। ਔਰ ਏਕ ਈਸ਼ਵਰ, ਓਮ ਈਸ਼ਵਰ, ਓਮ ਦੇ ਵਿੱਚ ਤਿੰਨੋਂ ਗੁਣ ਹਨ, ਸਤੋ ਗੁਣ, ਰਜੋ ਗੁਣ, ਤਮੋ ਗੁਣ, ਸਭ ਕੁਝ ਆ ਜਾਂਦੇ ਹਨ। ਤੇ ਜਿੱਥੋਂ ਤੱਕ ਇਹਨਾਂ ਦਾ ਦੂਸਰਾ ਹੈ ਕਿ ਮੂਲ ਮੰਤਰ ਤੇ ਗੁਰਮੰਤਰ। ਗੁਰਮੰਤਰ ਜਦ ਗੁਰ ਮੈਨੇ ਤਰੀਕਾ, ਜਦ ਪਰਮਾਤਮਾ ਸਾਨੂੰ ਵਾਹਿਗੁਰੂ ਸਾਨੂੰ ਉਹ ਤਰੀਕਾ ਦੱਸ ਦਿੰਦਾ ਹੈ, ਉਹ ਗੁਰ ਦੇ ਦਿੰਦਾ ਹੈ ਕਿ ਇਸ ਤਰ੍ਹਾਂ ਕਰੋਗੇ ਤਾਂ ਜੀਵਨ ਸਫਲ ਹੋਏਗਾ, ਇਸ ਤਰ੍ਹਾਂ ਕਰੋਗੇ काम क्रोध और लोभ मोह विनस जाए अहमेव, नानक प्रभ शरणागति कर प्रसाद गुरुदेव। एक गुर मंत्र, एक गुरु ने सानू एक रस्ता दसिया है कि इस तरह उस भोजन करने नाल सानू लाभ होएगा। तो गुर मैंने ਉਹਦਾ ਤਰੀਕਾ, ਉਹ ਕੰਮ ਕਰਨ ਦਾ ਜਿਹੜਾ ਹੈ ਉਹ ਜੋ ਸਾਨੂੰ ਸਿਖਾਉਂਦਾ ਹੈ ਗੁਰੂ, ਉਹਨੂੰ ਗੁਰ ਕਹਿੰਦੇ ਹਨ। ਔਰ ਮੂਲ ਮੰਤਰ ਜੋ ਹੈ ਉਹ ਜੋ ਕਿ ਜਪਜੀ ਸਾਹਿਬ ਤੋਂ ਪਹਿਲੇ ਜਾਂ ਗੁਰਬਾਣੀ 'ਚ ਕੋਈ ਵੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਏਕ ਓਂਕਾਰ ਸਤਿਗੁਰ ਪ੍ਰਸਾਦ ਹੈ, ਕਿਧਰੇ ਕਿਧਰੇ ਪੂਰਾ ਗੁਰ ਪ੍ਰਸਾਦ ਤੱਕ ਹੈ। ਇਸ ਕਰਕੇ ਸਾਨੂੰ ਇਹ ਮੂਲ ਮੰਤਰ ਤੇ ਗੁਰਮੰਤਰ ਜੋ ਗੁਰੂ ਸਾਨੂੰ ਦੱਸਦਾ ਹੈ ਤਰੀਕਾ ਜੀਣ ਦਾ, ਔਰ ਮੂਲ ਮੰਤਰ ਜੋ ਉਦੋਂ ਤੋਂ ਚਲਾ ਆ ਰਿਹਾ ਹੈ ਜਦ ਤੋਂ ਸ੍ਰਿਸ਼ਟੀ ਬਣੀ ਹੈ। ਮੈਂ ਸਮਝਦਾ ਇਹੀ ਦਾ ਜਵਾਬ ਹੈ। ਸਤਿੰਦਰ ਸਿੰਘ ਜੀ ਜ਼ਰੂਰ ਇਸ ਨਾਲ ਸਹਿਮਤ ਹੋਣਗੇ। जी, साध संगत जी, जे आप जी को भी कोई प्रश्न है, कोई विचार है जो तुम साडे नाल साझा करना चाहते हो, सानू ईमेल भेज के दस सकते हो। ईमेल एड्रैस नोट कर लो जी, editorpunjabi@zmedia.srgroup.com। SMS भेजने लिए मोबाइल के मैसेज बॉक्स में जाओ, एक ओंकार टाइप करो, स्पेस दिओ, सवाल सुझाव, फिर नाम लिखना है जी, भेजना है 57575 पे। आप जी अपने विचार, अपने प्रश्न सानू चिट्ठियों के जरिए भी भेज सकते हो। चिट्ठियाँ भेजने के लिए पता है जी पंजाब हरियाणा हिमाचल FC 19 सेक्टर 16A, फिल्म सिटी नोएडा 2013001।
ਮਲਬੀਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਇਸੇ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਵਿੱਚ ਅੱਜ ਦੀ ਹਾਜ਼ਰੀ ਤੇ ਹੁਣ ਮੰਨਦੇ ਹਾਂ ਅੱਜ ਦੀ ਕਥਾ ਦਾ ਆਨੰਦ। ਭੁੱਲਾਂ ਚੁੱਕਾਂ ਲਈ ਖਿਮਾ ਦਿਓ ਜੀ ਤੇ ਪਿਆਰ ਸਤ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।